ਸੁਣ ਗੁਰ ਹੁਕਮ ਦੀਵਾਨ ਉਠਿਓ ਤਬ। ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦਾ ਹੁਕਮ ਸੁਣ ਕੇ ਸਤਿਗੁਰਾਂ ਦੇ ਦੀਵਾਨ ਭਾਈ ਨੰਦ ਚੰਦ ਜੀ ਉੱਠੇ ਐ। ਸੰਗ ਸਹਾਇਕ ਸੰਗੋ ਹੋਏ, ਜਿਨ੍ਹਾਂ ਦੇ ਨਾਲ ਸਤਿਗੁਰਾਂ ਦੇ ਭੂਆ ਦੇ ਪੁੱਤਰ ਭਾਈ ਸੰਗੋ ਜੀ, ਸੰਗੋ ਸ਼ਾਹ ਜੀ ਨਾਲ ਸਹਾਇਕ ਹੋਏ ਐ। ਭਾਈ ਨੰਦ ਚੰਦ ਜੀ ਤੇ ਭਾਈ ਸੰਗੋ ਸ਼ਾਹ ਜੀ ਉੱਠੇ ਐ। ਐਂਜ ਭੁਜਨ ਕੋ ਝਟਕੇ ਉਠਾਏ। ਦੋਵਾਂ ਦੀਆਂ ਪੰਮਾ ਪ੍ਰੋਹਤ ਤੇ ਕੇਸਰੀ ਚੰਦ ਦੋਵਾਂ ਦੀਆਂ ਭੁਜਾਵਾਂ ਬਾਹਾਂ ਨੂੰ ਫੜ ਕੇ ਖਿੱਚ ਕੇ ਠਾ ਲਿਆ ਉਹਨਾਂ ਨੂੰ। ਬਲ ਤੇ ਕਰੇ ਧਕੇਲਣ ਸੋਏ, ਬੜੇ ਬਲ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੇ ਵਿੱਚੋਂ ਧੱਕ ਕੇ ਬਾਹਰ ਨੂੰ ਕੱਢਣ ਲੱਗੇ ਐ। ਪਗੀਆ ਗਿਰਤ ਸੰਭਾਰਤ ਗਮਨਤ, ਨਾਲੇ ਤਾਂ ਬਾਹਰ ਨੂੰ ਨਿਕਲਦੇ ਜਾ ਰਹੇ ਐ, ਨਾਲੇ ਡਿੱਗਦੀਆਂ ਹੋਈਆਂ ਆਪਣੀਆਂ ਪੱਗਾਂ ਸੰਭਾਲ ਰਹੇ ਐ। ਕਰਹਿ ਕ੍ਰੋਧ ਬਸ ਚੱਲੈ ਨ ਕੋਈ, ਬੜਾ ਕ੍ਰੋਧ ਕਰ ਰਹੇ ਐ ਪਰ ਕੋਈ ਵਸ ਨਹੀਂ ਚੱਲ ਰਿਹਾ, ਕੋਈ ਜ਼ੋਰ ਨਹੀਂ ਚੱਲ ਰਿਹਾ ਕੇਸਰੀ ਚੰਦ ਤੇ ਪੰਮੇ ਪ੍ਰੋਹਤ ਦਾ। ਕਹਿਤ ਦੇਸ਼ ਨਿਰਪ ਕੇ ਤੁਮ ਬਸ ਕਰ, ਕਹਿਣ ਲੱਗੇ ਤੁਸੀਂ ਇਸ ਦੇਸ਼ ਦੇ ਵਿੱਚ ਵਸਦਿਆਂ ਹੋਇਆ, ਭੀਮ ਚੰਦ ਦੀ ਇਸ ਕਹਿਲੂਰ ਦੂਣ ਦੇ ਵਿੱਚ ਰਹਿੰਦਿਆਂ ਹੋਇਆ ਵੀ ਨਹਿ ਭੈ ਧਰੋ ਲਿਹੋ ਦੁਖ ਜੋਏ, ਭੈ ਨਹੀਂ ਧਾਰਨ ਕਰ ਰਹੇ, ਅਵਸ਼ ਹੀ ਇਸ ਦਾ ਫਲ ਸਰੂਪ ਤੁਸੀਂ ਦੁੱਖ ਨੂੰ ਜੋਏ ਵੇਖੋਗੇ। ਇਸ ਦਾ ਫਲ ਸਰੂਪ ਸਾਡੀ ਨਿਰਾਦਰੀ ਕਰਕੇ ਅਪਮਾਨਿਤ ਕਰਕੇ ਸਾਨੂੰ ਸਭਾ ਵਿੱਚੋਂ ਕੱਢ ਰਹੇ ਹੋ, ਇਹਦਾ ਫਲ ਸਰੂਪ ਭਾਰੀ ਵੱਡਾ ਦੁੱਖ ਜੋਏ ਵੇਖੋਗੇ। ਪਹੁੰਚਣ ਕੀ ਇੱਕ ਬਿਲਮ ਵਾਰੀ, ਇੱਕ ਸਾਡੇ ਪਹੁੰਚਣ ਦੀ ਹੀ ਬਿਲਮ ਦੇਰੀ ਹੈ। ਅਸੀਂ ਬਿਲਾਸਪੁਰ ਪਹੁੰਚੇ ਤੇ ਸਾਡੇ ਪਹੁੰਚਦਿਆਂ ਹੀ ਆਨੇ ਅਨੰਦਪੁਰ ਲੂਟ ਮਚਾਏ। ਭੀਮ ਚੰਦ ਦੀ ਸਮੁੱਚੀ ਸੈਨਾ ਆ ਕੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਨੂੰ ਲੁੱਟ ਲਵੇਗੀ। ਤਬ ਵਰਿਆਮਗੀ ਪਿਖੈ ਤੁਮਾਰੀ, ਫਿਰ ਵੇਖਾਂਗੇ ਤੁਹਾਡੀ ਵਰਿਆਮਗੀ, ਤੁਹਾਡੀ ਬਹਾਦਰੀ, ਤੁਹਾਡੀ ਸੂਰਮਤਾ ਜਿਹੜੀ ਹੈ ਫਿਰ ਵੇਖਾਂਗੇ। ਪਕੜਹਿ ਕਰਹਿ ਕੈਦ ਲੈ ਜਾਹੇ, ਪਕੜ ਕੇ ਤੁਹਾਨੂੰ ਕੈਦ ਕਰਕੇ ਬੰਦੀ ਬਣਾ ਕੇ ਭੀਮ ਚੰਦ ਲੈ ਜਾਵੇਗਾ। ਜਾਚੀ ਵਸਤ ਨ ਦਈ ਅਬਹਿ ਕੁਛ, ਹੁਣ ਤਾਂ ਮੰਗਿਆਂ ਹਾਥੀ ਤੰਬੂ ਆਦਿ ਕੋਈ ਵੀ ਵਸਤੂ ਦਿੱਤੀ ਨਹੀਂ ਹੈ ਨਾ। ਬਲ ਤੇ ਸ਼ੀਨ ਲੈ ਸਭ ਆਏ, ਬਲਪੂਰਵਕ ਸਾਰੀਆਂ ਵਸਤੂਆਂ ਹੀ ਛੀਨ ਲਵਾਂਗੇ, ਖੋਹ ਲਵਾਂਗੇ। ਅਧਿਕ ਵਿਰੋਧ ਵਧਾਇਆ ਤੁਮਨੇ, ਬੜਾ ਵਿਰੋਧ ਵਧਾਇਆ ਹੈ ਤੁਸਾਂ ਨੇ, ਬਹੁਤ ਵੱਡੀ ਇਹ ਵਿਰੋਧਤਾ ਜਿਹੜੀ ਹੈ ਉਹ ਵਧਾ ਲਈ ਹੈ ਭੀਮ ਚੰਦ ਦੇ ਨਾਲ। ਹਮਰੀ ਪਤ ਖੁਐ ਕਰ ਨਿਕਸਾਏ, ਸਾਡੀ ਪਾਤਾਬਰੋ ਖੁਆਏ ਗਵਾ ਕੇ, ਸਾਡੀ ਪਾਤਾਬਰੋ ਜਿਹੜੀ ਆ ਉਹ ਲਾ ਕੇ ਤੇ ਸਾਡਾ ਅਪਮਾਨ ਕਰਕੇ ਨਿਰਾਦਰੀ ਕਰਕੇ ਸਾਨੂੰ ਸਭਾ ਵਿੱਚੋਂ ਕੱਢ ਰਹੇ ਹੋ। ਗਏ ਪੌਰ ਲਗ ਤਿਨਹੁ ਧਕੇਲਤ, ਗੁਰੂ ਕੇ ਸਿੱਖ ਭਾਈ ਨੰਦ ਚੰਦ ਭਾਈ ਸੰਗੋ ਸ਼ਾਹ ਸਭਾ ਦੇ ਪੌਰ ਦਰਵਾਜ਼ੇ ਤੱਕ ਇਹਨਾਂ ਦੀ ਇੱਕ ਨਾ ਸੁਣੀ, ਧੱਕੇ ਮਾਰ ਮਾਰ ਬਾਹਰ ਕੱਢ ਦਿੱਤਾ। ਲਾਤਨ ਮੁਸ਼ਟ ਪ੍ਰਹਾਰ ਲਗਾਏ, ਗੁਰੂ ਕੇ ਸਿੰਘ ਹੈ, ਗੁਰੂ ਕੇ ਸਿੱਖ ਹੈ, ਗੁਰਾਂ ਦਾ ਆਰਡਰ ਹੋਇਆ, ਹੁਕਮ ਹੋਇਆ ਤੇ ਫਿਰ ਕੁਝ ਆਪਣੇ ਕੋਲੋਂ ਵੀ ਸਿੰਘ ਲਾ ਰਹੇ ਹੈ। ਗੁਰਾਂ ਨੇ ਤੇ ਭਾਵੇਂ ਧੱਕੇ ਮਾਰ ਕੇ ਹੀ ਬਾਹਰ ਕੱਢਣ ਵਾਸਤੇ ਕਿਹਾ ਤੇ ਗੁਰੂ ਸਾਹਿਬਾਨ ਦੀ ਨਿਰਾਦਰੀ ਵਿੱਚ ਕਹੇ ਇਹਨਾਂ ਦੇ ਬੋਲ
ਸਿੱਖਾਂ ਦੇ ਮਨਾਂ ਵਿੱਚ ਜਰੇ ਨਹੀਂ ਸੀ ਜਾ ਰਹੇ। ਤੇ ਗੁਰੂ ਦਾ ਆਦੇਸ਼ ਸੁਣ ਕੇ ਜਦੋਂ ਸਿੱਖ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਹੈ, ਤੇ ਨਾਲ ਫਿਰ ਕੋਈ ਲੱਤਾਂ ਵੀ ਮਾਰੀ ਜਾ ਰਿਹਾ ਹੈ, ਕੋਈ ਬਲਪੂਰਵਕ ਕਸੁੰਨ ਵੀ ਮਾਰੀ ਜਾ ਰਿਹਾ ਹੈ। ਮਾਰ ਖਾਏ ਕਰ ਗਰਬਤ ਬੋਲਤ, ਮਾਰ ਖਾ ਕੇ ਵੀ ਹੰਕਾਰ ਸੰਯੁਗਤ ਬੋਲਦੇ ਐ, ਹਉਮੈ ਸਹਿਤ ਕਹਿੰਦੇ ਐ। ਸੁਨ ਕਰ ਨੰਦ ਚੰਦ ਹਟ ਆਏ। ਜਦੋਂ ਦਰਬਾਰ ਦਾ ਦੀਵਾਨ ਦਾ ਦਰਵਾਜ਼ਾ ਧੱਕ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਹੈ, ਤੇ ਬਾਕੀ ਸਿੰਘਾਂ ਨੂੰ ਸਿੱਖਾਂ ਨੂੰ ਫੜਾਇਆ ਕਿ ਜਾਓ, ਇਹਨਾਂ ਨੂੰ ਗੁਰਾਂ ਦਾ ਆਦੇਸ਼ ਹੈ ਕਿ ਇਹਨਾਂ ਨੂੰ ਨਗਰੀ ਚੋਂ ਹੀ ਕੱਢ ਕੇ ਆਓ। ਆਪ ਭਾਈ ਨੰਦ ਚੰਦ ਜੀ ਸਤਿਗੁਰਾਂ ਵੱਲ ਆ ਗਏ। ਬੂਝੇ ਗੁਰੂ ਪ੍ਰਭੂ ਇਹ ਬਿਗਰੇ। ਸਤਿਗੁਰਾਂ ਨੂੰ ਆ ਕੇ ਪੁੱਛਿਆ, ਸਤਿਗੁਰੂ ਜੀ ਬੜੇ ਵਿਗੜੇ ਦੋਵੇਂ, ਕੇਸਰੀ ਚੰਦ ਪੰਮਾ ਪ੍ਰੋਤ ਬਹੁਤ ਹੀ ਨਿਰਾਦਰੀ ਜਨਕ ਸ਼ਬਦ ਬੋਲ ਰਹੇ ਹਨ, ਬੜੇ ਵਿਗੜੇ ਹੈ। ਮੁਖ ਤੇ ਆਪਨ ਵੀਰਤਾ ਗਾਏ। ਤੇ ਮੁਖੋਂ ਆਪਣੀ ਵੀਰਤਾ, ਆਪਣੀ ਸੂਰਮਤਾ, ਆਪਣੀ ਬਹਾਦਰੀ ਹਲੇ ਵੀ ਕਹਿ ਰਹੇ ਹੈ। ਆਪਣੇ ਮੁਖੋਂ ਆਪਣੀ ਸੂਰਮਤਾ, ਆਪਣੀ ਬਹਾਦਰੀ ਜਿਹੜੀ ਹੈ ਉਹ ਹਲੇ ਵੀ ਹਉਮੈ ਸੰਯੁਗਤ ਜ਼ਾਹਰ ਕਰ ਰਹੇ ਹੈ। ਕੰਚਨ ਕੰਕਨ ਕੁੰਡਲ ਮੁਕਤਾ। ਤੁਹਾਡਾ ਆਦੇਸ਼ ਹੋਵੇ ਪਾਤਸ਼ਾਹ ਦੇ ਸੋਨੇ ਦੇ ਜਿਹੜੇ ਨਾ ਕੜੇ ਪਾਏ ਆ, ਸੋਨੇ ਦੇ ਕੁੰਡਲ, ਮੋਤੀਆਂ ਦੀਆਂ ਮਾਲਾਂ ਗਲਾਂ 'ਚ ਪਾਈ ਫਿਰਦੇ ਜਿਹੜੇ, ਸ਼ਸਤਰ ਸਹਿਤ ਸਭ ਲਹਿ ਛਿਨਾਏ। ਇਹ ਜਿਹੜੇ ਕੀਮਤੀ ਸ਼ਸਤਰ ਨਾ ਗਾਤਰੇ ਪਾਏ ਆ, ਤੁਸੀਂ ਆਦੇਸ਼ ਦਿਓ ਸਭ ਕੁਝ ਖੋਲੀਏ ਇਹਨਾਂ ਕੋਲੋਂ। ਐਂਠ ਤਿਆਗ ਤਬ ਹੁਰਵੇ ਹੋਵਹਿ। ਆਪਣੀ ਐਂਠ, ਆਪਣੀ ਆਕੜ, ਆਪਣੀ ਹੈਂਕੜ ਤਿਆਗ ਕੇ ਫਿਰ ਹੌਲੇ ਹੋਣਗੇ। ਗੁਰ ਦਰੋਹੀ ਕਹਿ ਬੰਦਹਿ ਹਾਥ। ਇਹ ਜਿਹੜੇ ਗੁਰਾਂ ਦੇ ਦਰੋਹੀ ਹਨ, ਗੁਰਾਂ ਨਾਲ ਦਰੋਹ ਕਮਾਉਣ ਵਾਲੇ, ਇਹਨਾਂ ਦੇ ਕਹੋ ਤੇ ਹੱਥ ਬੰਨ੍ਹ ਦਈਏ, ਉਹ ਮੁਸ਼ਕਾਂ ਬੰਨ ਕੇ ਇਹਨਾਂ ਨੂੰ ਤੋਰੀਏ ਇਥੋਂ। ਤਬ ਤਿਆਗ ਹੈ ਸੰਕਟ ਵੱਢਦਾ ਕੈ। ਭਾਰੀ ਵੱਡੇ ਇਹਨਾਂ ਨੂੰ ਸੰਕਟ ਦੇ ਕੇ, ਚੰਗੀ ਇਹਨਾਂ ਦੀ ਸੇਵਾ ਕਰਕੇ, ਭਾਵ ਸੋਧਾ ਲਾ ਕੇ, ਤੇ ਫਿਰ ਇਹਨਾਂ ਨੂੰ ਭੇਜਦੇ ਆ। ਮਾਰਗ ਜਾਹੇ ਰੁਦਨ ਕੇ ਸਾਥ। ਤਾਂ ਕਿ ਮਾਰਗ ਰਸਤੇ ਵਿੱਚ ਵਾਪਸ ਜਾਂਦਿਆਂ ਰੋਂਦੇ ਹੋਏ ਜਾਣ। ਆਂਛੇ ਕਰਹਿ ਪੁਕਾਰ ਪਹੁੰਚ ਕਰ। ਤੇ ਆਛੇ ਕਰਹਿ ਪੁਕਾਰ ਪਹੁੰਚ ਕਰ। ਬਿਲਾਸਪੁਰ ਪਹੁੰਚ ਕੇ ਤੇ ਚੰਗੀ ਤਰ੍ਹਾਂ ਫਿਰ ਜਾ ਫਰਿਆਦਾਂ ਕਰਨ। ਬੀਤੀ ਸਕਲ ਸੁਨਾਵਹਿ ਗਾਥ। ਤੇ ਆਪਣੇ ਨਾਲ ਬੀਤੀ ਗਾਥਾ ਜਾਏ ਭੀਮ ਚੰਦ ਤਥਾ ਸਾਰੀ ਸਭਾ ਨੂੰ ਸੁਣਾਉਣ। ਨਤੁਰ ਵੀਰਤਾ ਆਪਣੀ ਭਖ ਹੈ। ਜੇ ਇਹਨਾਂ ਦਾ ਚੰਗੀ ਤਰ੍ਹਾਂ ਸੋਧਾ ਨਾ ਲਾਇਆ ਤੇ ਇਹਨਾਂ ਤੇ ਆਪਣੀ ਹੀ ਵੀਰਤਾ ਦੇ ਕਿੱਸੇ ਜਾ ਕੇ ਗਾਈ ਜਾਣੇ ਭੀਮ ਚੰਦ ਕੋਲ। ਹੇਤ ਪ੍ਰਸੰਨ ਆਪਨ ਗਿਰਨਾਥ। ਆਪਣੇ ਗਿਰਨਾਥ, ਆਪਣੇ ਰਾਜੇ ਭੀਮ ਚੰਦ ਦੀ ਪ੍ਰਸੰਨਤਾ ਵਾਸਤੇ ਇਹ ਤੇ ਆਪਣੀ ਬਹਾਦਰੀ ਦੀ ਕਿੱਸੇ ਗਾਈ ਜਾਣਗੇ। ਥੋੜਾ ਇਹਨਾਂ ਨੂੰ ਸੋਧਾ ਲਾਉਣਾ ਚਾਹੀਦਾ ਹੈ। ਸੁਨ ਗੁਰ ਰਾਜਨੀਤ ਕੋ ਚਿਤਵਤ। ਸੁਣ ਕੇ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਰਾਜਨੀਤੀ ਨੂੰ ਚਿਤਵਦਿਆਂ ਵਿਚਾਰਦਿਆਂ ਵਨ ਵਕੀਲ ਹਮਰੇ ਢਿਗ ਆਏ। ਸਤਿਗੁਰਾਂ ਨੇ ਕਿਹਾ, ਭਾਈ ਨੰਦ ਚੰਦ ਜੀ ਨਹੀਂ ਖੋਸਟਨ ਇਨਕੋ ਆਛੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਨੰਦ ਚੰਦ ਜੀ ਇਹ ਵਕੀਲ ਬਣ ਕੇ ਆਪਣੇ ਕੋਲ ਆਏ ਹੈ, ਦੂਤ ਬਣ ਕੇ ਆਪਣੇ ਕੋਲ ਆਏ, ਤੇ ਰਾਜਨੀਤੀ ਕਹਿੰਦੀ ਹੈ ਭਾਵੇਂ ਸ਼ਤਰੂ ਦਾ ਹੀ ਦੂਤ ਜਦ ਸ਼ਾਂਤੀ ਦੂਤ ਬਣ ਕੇ ਆਇਆ ਹੋਇਆ ਹੋਵੇ ਤਾਂ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਨਾ ਬਣਦਾ ਨਹੀਂ ਹੈ। ਇਹ ਰਾਜਨੀਤੀ ਦੇ ਵਿਰੁੱਧ ਹੈ, ਧਰਮ ਦੇ ਵੀ ਵਿਰੁੱਧ ਹੈ। ਸੋ ਇਹ ਦੂਤ ਬਣ ਕੇ ਆਏ ਹਨ
ਇਸ ਵਾਸਤੇ ਸਭਾ ਵਿੱਚੋਂ ਇਹਨਾਂ ਨੂੰ ਧੱਕੇ ਮਾਰ ਕੇ ਕੱਢ ਦੇਣਾ ਇਹਨਾਂ ਦੀ ਅਯੋਗ ਅਸਭਿਅਤਾ ਕਾਰਨ ਉਚਿਤ ਹੈ। ਕਿੰਤੂ ਇਸ ਤੋਂ ਅਧਿਕ ਇਹਨਾਂ ਨੂੰ ਅਧਿਕ ਕੁੱਟਮਾਰ ਕਰਨੀ ਜਾਂ ਇਹਨਾਂ ਦਾ ਗਹਿਣਾ ਗੱਟਾ ਆਦਿ ਖੋਹ ਲੈਣਾ ਇਹ ਰਾਜਨੀਤੀ ਤਥਾ ਧਰਮ ਨੀਤੀ ਦੇ ਵਿਰੁੱਧ ਹੈ। ਇਸ ਵਾਸਤੇ ਇਹ ਗੱਲ ਆਪਾਂ ਨੂੰ ਸ਼ੋਭਦੀ ਨਹੀਂ ਹੈ। ਨਹੀਂ ਖਸੋਟਨ ਇਨ ਕੋ ਆਛੇ। ਇਸ ਵਾਸਤੇ ਇਹਨਾਂ ਕੋਲੋਂ ਕੁਝ ਵੀ ਖੋਣਾ ਇਹ ਚੰਗੀ ਗੱਲ ਨਹੀਂ ਹੋਵੇਗੀ। ਕਰਹੁ ਨਿਰਾਦਰ ਦੇਹੋ ਨਿਕਸਾਏ। ਇਹਨਾਂ ਨੂੰ ਇੰਨਾ ਹੀ ਉਚਿਤ ਹੈ ਕਿ ਨਿਰਾਦਰ ਕਰਕੇ ਧੱਕੇ ਮਾਰ ਕੇ ਇਹਨਾਂ ਨੂੰ ਤੇ ਕੱਢ ਦਿਓ। ਡੇਰੇ ਲਾਗ ਭਟ ਜਾਹੇ ਧਕੇਲਤ। ਜਿੱਥੋਂ ਤੱਕ ਇਹਨਾਂ ਦੇ ਡੇਰੇ ਹੈ, ਜਿੱਥੋਂ ਤੱਕ ਇਹਨਾਂ ਦਾ ਪੜਾਅ ਹੈ ਜਿਹੜਾ ਇਹਨਾਂ ਆ ਕੇ ਬਾਰ-ਬਾਰ ਨਗਰੀ ਤੋਂ ਲਾਇਆ ਹੈ, ਉਥੋਂ ਤੱਕ ਇਹਨਾਂ ਨੂੰ ਧੱਕੇ ਮਾਰਦੇ ਖੜੋ। ਪਤ ਖੋਈ ਦੇਖ ਹੈ ਸਮੁਦਾਏ। ਇਹਨਾਂ ਦੀ ਪਾਤਾ ਬਰੋ ਖੁਸ਼ੀ ਹੋਈ ਸਾਰੀ ਨਗਰੀ ਵੇਖ ਲਵੇ। ਸਾਰੀ ਆਨੰਦਪੁਰ ਸਾਹਿਬ ਨਗਰੀ ਵਿੱਚ ਜੋ ਇਹਨਾਂ ਦੀ ਹਾਲਤ ਹੈ ਉਹ ਸਾਰੇ ਤੱਕ ਲੈਣ। ਅਬ ਹੈ ਅਰੂੜਨ ਮੂੜਨ ਕੋ ਕਹੋ। ਤੇ ਨਾਲ ਹੀ ਇਹਨਾਂ ਇਹਨਾਂ ਮੂਰਖਾਂ ਨੂੰ ਕਹੋ ਕਿ ਹੁਣੇ ਆਪਣੇ ਵਾਹਨਾਂ ਤੇ ਸਵਾਰ ਹੋਵੋ ਤੇ ਇਥੋਂ ਤਿੱਤਰ ਹੋ ਜਾਓ। ਰਹੇ ਤਾਂ ਸਭ ਕਿਛ ਛੀਨਿਓ ਜਾਏ। ਜੇ ਇੱਥੇ ਰੁਕੇ ਤੇ ਫਿਰ ਕਿਸੇ ਗੱਲ ਦੀ ਵੀ ਕੋਈ ਗੁਰੇਜ ਨਹੀਂ ਹੋਵੇਗਾ, ਕਿਸੇ ਤਰ੍ਹਾਂ ਦੀ ਵੀ ਨਰਮੀ ਨਹੀਂ ਵਰਤੀ ਜਾਵੇਗੀ, ਤੁਹਾਡਾ ਸਭ ਕੁਝ ਖੋਹ ਲਿਆ ਜਾਵੇਗਾ। ਇਸ ਵਾਸਤੇ ਭਲੀ ਚਾਹੁੰਦੇ ਹੋ ਤੇ ਹੁਣੇ ਹੀ ਬਿਨਾਂ ਦੇਰ ਕੀਤੀ ਤੋਂ ਬਸ ਕੁਝ ਪਲਾਂ ਵਿੱਚ ਇਥੋਂ ਤੁਸੀਂ ਤਿੱਤਰ ਹੋ ਜਾਓ, ਚਾਲੇ ਪਾ ਜਾਓ ਇਥੋਂ। ਨੰਦ ਚੰਦ ਸੁਣ ਗਇਓ ਤਿਨਹੋਂ ਢਿਗ। ਭਾਈ ਨੰਦ ਚੰਦ ਜੀ ਗੁਰਾਂ ਦੇ ਬਚਨ ਸੁਣ ਕੇ ਤੇ ਫਿਰ ਵਾਪਸ ਇਹਨਾਂ ਦੇ ਕੋਲ ਗਏ। ਸੁਬਟ ਗੈਲ ਜਿਨ ਤਾੜਿਤ ਜਾਏ। ਜਿੱਥੇ ਗੈਲ ਮਾਰਗ ਰਸਤੇ ਵਿੱਚ ਗੁਰਾਂ ਦੇ ਸੁਬਟ ਸੂਰਮੇ ਇਹਨਾਂ ਭਾਵ ਪੰਮਾ ਪ੍ਰੋਹਤ ਤੇ ਕੇਸਰੀ ਚੰਦ ਨੂੰ ਤਾੜਦੇ ਹੋਏ, ਘੂਰਦੇ ਹੋਏ, ਧੱਕੇ ਮਾਰਦੇ ਹੋਏ ਬਾਹਰ ਨਗਰੀ ਤੋਂ ਲਿਜਾ ਰਹੇ ਹੈ। ਗਏ ਸਿਵਰ ਲਗ ਊਚ ਸੁਨਾਇਓ। ਤੇ ਸਿਵਰ ਜਦੋਂ ਪੜਾ ਤੱਕ ਪਹੁੰਚ ਗਏ ਤੇ ਉੱਚੀ ਆਵਾਜ਼ ਵਿੱਚ ਭਾਈ ਨੰਦ ਚੰਦ ਜੀ ਨੇ ਸੁਣਾਇਆ ਤੇ ਕਿਹਾ, ਵਸਤ ਸੰਭਾਰੋ ਜੀਨ ਪਵਾਏ। ਆਪੋ ਆਪਣੇ ਘੋੜਿਆਂ ਤੇ ਜੀਨ ਕਾਠੀਆਂ ਪਾ ਲਓ, ਆਪਣੀਆਂ ਸਾਰੀਆਂ ਵਸਤੂਆਂ ਸੰਭਾਲ ਲਓ। ਪੁਰ ਤੇ ਨਿਕਸਹੋ ਪੰਥ ਸੰਭਾਲੋ। ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚੋਂ ਨਿਕਲੋ ਤੇ ਬਿਲਾਸਪੁਰ ਦਾ ਪੰਥ ਰਸਤਾ ਸੰਭਾਲੋ। ਜੇ ਪ੍ਰਿਯ ਪ੍ਰਾਨ ਨਾ ਬਿਲਮ ਲਗਾਏ। ਜੇ ਤੁਹਾਨੂੰ ਆਪਣੇ ਪ੍ਰਾਣ ਪ੍ਰਿਯ ਹਨ, ਆਪਣੇ ਪ੍ਰਾਣ ਪਿਆਰੇ ਹਨ ਤੇ ਬਿਨਾਂ ਦੇਰੀ ਤੋਂ ਬਹੁਤ ਸ਼ੀਘਰਤਾ ਨਾਲ ਇਥੋਂ ਤੁਸੀਂ ਖਿਸਕੰਤਰ ਹੋ ਜਾਓ। ਨਾ ਤੁਹਾਡੇਰਾ ਸਭ ਲੂਟ ਜੋ ਜਾਵੈ। ਅਨੇਥਾ ਜਿੰਨਾ ਤੁਹਾਡਾ ਡੇਰਾ ਹੈ ਇਹ ਸਾਰਾ ਲੁੱਟ ਲਿਆ ਜਾਵੇਗਾ। ਸਾਰੇ ਘੋੜੇ ਖੋਹ ਲਏ ਜਾਣਗੇ, ਹੋਰ ਜੋ ਤੁਹਾਡੇ ਕੋਲ ਸਮੱਗਰੀ ਹੈ ਉਹ ਸਾਰੀ ਲੁੱਟ ਲਈ ਜਾਵੇਗੀ। ਹੁਣ ਗਮਨਹੁ ਕਰ ਨੰਗੇ ਪਾਏ। ਇਹ ਨੰਗੇ ਪੈਰੀ ਨੰਗੇ ਸਿਰ ਤੁਹਾਨੂੰ ਇਸ ਤਰ੍ਹਾਂ ਤੋਰਿਆ ਜਾਵੇਗਾ। ਫਿਰ ਨੰਗੇ ਪੈਰ ਰੋਂਦੇ ਜਾਓਗੇ। ਭਲੀ ਹੋਵੇਗੀ, ਤੁਹਾਡਾ ਵੀ ਇਹਦੇ ਵਿੱਚ ਭਲਾ ਹੈ ਕਿ ਬਸ ਬਿਨਾਂ ਕੁਝ ਬੋਲੇ ਤੋਂ ਚੁੱਪ ਕਰਕੇ ਹੁਣ ਖਿਸਕੰਤਰ ਹੋ ਜਾਓ ਇਥੋਂ। ਕਿਰਪਾ ਸਿੰਧ ਕਰ ਕਿਰਪਾ ਛੁਰਾਏ। ਇਹ ਤਾਂ ਕਿਰਪਾ ਦੇ ਸਾਗਰ ਧੰਨ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ ਤੇ ਛਡਾ ਦਿੱਤਾ। ਨਹੀਂ ਤੇ ਇਸ ਗੁਰਾਂ ਦੇ ਸੂਰਬੀਰ ਬਹਾਦਰਾਂ ਦੀ ਮਨਸ਼ਾ ਨਹੀਂ ਸੀ ਤੁਹਾਨੂੰ ਸੁੱਕਿਆਂ ਘੱਲਣ ਦੀ। ਨਾਹੀਂ ਤਾਂ ਸਿੱਖ ਆਏ ਗਹਿਲੇਤ। ਅਨੇਥਾ ਸਿੱਖ ਆਉਂਦੇ ਤੇ ਤੁਹਾਨੂੰ ਗਹਿ ਲੇਤ ਪਕੜ ਕੇ ਚੰਗਾ ਸੋਧਾ ਲਾਉਣਾ ਸੀ।
ਇਖਤ ਪਹਾੜੀ ਤਰਾਸ ਪਾਏ ਕਰ। ਤੇ ਪਿਖਤ ਪਹਾੜੀ, ਜਦੋਂ ਪਹਾੜੀ ਲੋਕ ਤੁਹਾਨੂੰ ਵੇਂਦੇ ਤੇ ਉਹ ਵੀ ਤਰਸਤ ਹੋ ਜਾਂਦੇ, ਡਰ ਜਾਂਦੇ ਤੁਹਾਡੀ ਹਾਲਤ ਵੇਖ ਕੇ। ਅਥਵਾ ਜਦੋਂ ਭਾਈ ਆਨੰਦ ਚੰਦ ਜੀ ਉਹਨਾਂ ਨੇ ਬਚਨ ਕਹੇ ਹੈ ਤੇ ਸੁਣ ਕੇ ਜਿੰਨੇ ਹੋਰ ਨਾਲ ਇਹਨਾਂ ਦੇ ਸੰਗੀ ਸਾਥੀ ਆਏ ਹੋਏ ਸਨਗੇ ਪਹਾੜੀਏ, ਸਾਰੇ ਹੀ ਤਰਸਤ ਹੋ ਗਏ, ਡਰ ਗਏ। ਤਿਆਰੀ ਠਾਨੀ ਸ਼ੀਘਰ ਸੁਚੇਤ। ਬੜੀ ਛੇਤੀ ਨਾਲ ਤੇ ਬਹੁਤ ਸੁਚੇਤਤਾਈ ਨਾਲ ਤਿਆਰੀ ਕੀਤੀ। ਜੀਨ ਪਾਏ ਹੈ ਪਰ ਆਰੋਹੇ। ਘੋੜਿਆਂ ਤੇ ਕਾਠੀਆਂ ਪਾਈਆਂ ਤੇ ਸਵਾਰ ਹੋਏ। ਗਮਨੇ ਸਨਮੁਖ ਆਪਨ ਨਿਕੇਤ। ਆਪਣੇ ਨਕੇਤ, ਆਪਣੇ ਘਰ ਵੱਲ ਨੂੰ ਮੂੰਹ ਕਰਕੇ ਬਿਲਾਸਪੁਰ ਵੱਲ ਨੂੰ ਚੱਲ ਪਏ। ਬੁਰੀ ਭਈ ਔਰ ਅਧਿਕ ਬਿਸੂਰਤ। ਹਿਰਦੇ ਵਿੱਚ ਬੜਾ ਝੂਰਦੇ ਹੈ ਕਿ ਸਾਡੇ ਨਾਲ ਬਹੁਤ ਬੁਰੀ ਹੋਈ ਹੈ। ਐਸੇ ਲਖਿਓ ਨਾ ਗੁਰ ਕੋ ਭੇਤ। ਸਤਿਗੁਰਾਂ ਦਾ ਇਹੋ ਜਿਹਾ ਭੇਤ ਤੇ ਲਖਿਆ ਹੀ ਨਹੀਂ ਸੀ, ਜਾਣਿਆ ਹੀ ਨਹੀਂ ਸੀ। ਮਹਿਤ ਦੁਖਿਤ ਸਭ ਮਾਰਗ ਉਲੰਘੇ। ਬਹੁਤ ਦੁਖੀ ਸਾਰਾ ਮਾਰਗ ਰਸਤਾ ਲੰਘ ਕੇ ਗਏ। ਜਿਨ ਕੇ ਲੱਗੀ ਚੋਟ ਤਨ ਮਾਹੇ। ਜਿਨ੍ਹਾਂ ਦੇ ਤਨ ਸਰੀਰ ਵਿੱਚ ਚੋਟ ਵੀ ਲੱਗੀ ਹੋਈ ਹੈ, ਭਾਵ ਸਿੱਖਾਂ ਨੇ ਇਉਂ ਲੱਤਾਂ ਵੀ ਮਾਰੀਆਂ ਤੇ ਫਿਰ ਸਿੱਖਾਂ ਨੇ ਘੁਸੁੰਨ ਵੀ ਮਾਰੇ। ਭਾਵੇਂ ਗੁਰਾਂ ਨੇ ਵਰਜਿਆ ਹੈ, ਰੋਕਿਆ, ਸੋਧਾ ਨਹੀਂ ਲਾਉਣਾ, ਪਰ ਸਤਿਗੁਰਾਂ ਦੇ ਵਰਜਨ ਤੋਂ ਵੀ ਜਿਹੜੇ ਸਿੱਖ ਹੈ, ਜਿਨ੍ਹਾਂ ਦੇ ਮਨਾਂ ਵਿੱਚ ਗੁਰਾਂ ਦੇ ਨਿਰਾਦਰੀ ਜਨਕ ਬੋਲੇ, ਇਹਨਾਂ ਦੇ ਸ਼ਬਦ ਸਹਾਰੇ ਨਹੀਂ ਗਏ, ਉਹਨਾਂ ਦੇ ਮਨ ਵਿੱਚ ਰੋਸ ਹੈ। ਉਹਨਾਂ ਨੇ ਥੋੜ੍ਹਾ ਬਹੁਤ ਸੋਧਾ ਲਾਇਆ ਵੀ ਹੈ, ਜਿਸ ਕਰਕੇ ਕੁਝ ਸੱਟ ਪੇਟ ਵੀ ਲੱਗੀ ਹੋਈ ਹੈ। ਇਤ ਸਤਿਗੁਰ ਸਭ ਤਿਆਰੇ ਕੀਨਸ। ਇਹ ਤਾਂ ਇਸ ਤਰ੍ਹਾਂ ਚਲੇ ਗਏ। ਇੱਧਰ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਤਦੋਂ ਫਿਰ ਤਿਆਰੀ ਕੀਤੀ ਜੰਗ ਦੀ। ਰਣ ਸਾਮਗਰੀ ਦੇ ਭਟ ਪਾਹੇ। ਜੰਗ ਦੀ ਸਮੱਗਰੀ ਸੂਰਮਿਆਂ ਨੂੰ ਪਾਤਸ਼ਾਹ ਫਿਰ ਵੰਡਣ ਲੱਗੇ। ਗੁਲਕਾਂ ਬਹੁ ਬਰੂਦ ਵਰਤਾਈ। ਬਹੁਤ ਅਸਲਾ, ਬਹੁਤ ਬਰੂਦ ਫੌਜ ਵਿੱਚ ਸਤਿਗੁਰਾਂ ਨੇ ਵਰਤਾਇਆ ਹੈ। ਬਹੁਤ ਗੋਲੀਆਂ ਵੰਡੀਆਂ। ਤੋਮਰ ਤਰਕਸ਼ ਧਨੁਖ ਉਮਾਹੇ। ਫਿਰ ਬਹੁਤ ਜਿਹੜੇ ਧਨਖ ਹੈ ਉਹ ਵੀ ਧਨਖ ਧਾਰੀਆਂ ਨੂੰ ਦਿੱਤੇ ਹੈ। ਤੇ ਫਿਰ ਧਨਖ ਧਾਰੀਆਂ ਨੂੰ ਧਨਖ ਦੇ ਨਾਲ ਨਾਲ ਤਰਕਸ਼ ਤੀਰਾਂ ਦੇ ਭਰੇ ਭੱਥੇ ਵੀ ਦਿੱਤੇ ਹੈ। ਫਿਰ ਤੋਮਰ ਬਰਸ਼ੇ ਵੀ ਦਿੱਤੇ ਹੈ। ਕਰਹਿ ਪ੍ਰਤੀਖਨ ਪਰ ਜੰਗ ਆਵ। ਤੇ ਉਡੀਕ ਰਹੇ ਹੈ ਸੂਰਮੇ ਕਿ ਹੁਣ ਜੰਗ ਪਵੇਗਾ, ਹੁਣ ਰਣ ਭੂਮੀ ਦੇ ਵਿੱਚ ਸ਼ਤਰੂ ਦੇ ਨਾਲ ਮੁਕਾਬਲਾ ਹੋਵੇਗਾ। ਲਰਹਿ ਰਿਪੁਨ ਗਨ ਮਿਟਵਹਿ ਨਾਹੀ। ਇਹ ਸ਼ਤਰੂ ਦੇ ਨਾਲ ਲੜਾਂਗੇ ਤੇ ਮਿਟਾਂਗੇ ਨਹੀਂ, ਭਾਵ ਪਿਛਾਂ ਨਹੀਂ ਹਟਾਂਗੇ ਤੇ ਸ਼ਤਰੂ ਨੂੰ ਮਿਟਾ ਦੇਾਂਗੇ, ਨਾਸ ਕਰ ਦੇਾਂਗੇ। ਇਤੀ ਕਮਸੰਦ ਵਿਲੰਦ ਤਰਾਸ ਧਰ। ਕਿੰਨੇ ਕੁ ਮਸੰਦ ਜਿਹੜੇ ਐ ਉਹ ਤੇ ਡਰ ਗਏ ਐ। ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ, ਕੇਸਰੀ ਚੰਦ ਜੋ ਭੀਮ ਚੰਦ ਦਾ ਸਾਲਾ ਹੈ ਤੇ ਪੰਮਾ ਜੋ ਭੀਮ ਚੰਦ ਦਾ ਪ੍ਰੋਹਤ ਹੈ, ਦੋਨੋਂ ਹੀ ਪ੍ਰਮੁੱਖ ਹਨ ਤੇ ਦੋਨਾਂ ਦੀ ਨਿਰਾਦਰੀ ਕਰਕੇ, ਅਪਮਾਨ ਕਰਕੇ ਤੇ ਗੁਰੂ ਦਰਬਾਰ ਵਿੱਚੋਂ ਕੱਢਿਆ ਗਿਆ ਹੈ। ਇਸ ਦਾ ਸੰਕੇਤ ਸਿੱਧਾ ਹੀ ਜੰਗ ਵੱਲ ਨੂੰ ਮਿਲ ਰਿਹਾ ਹੈ, ਜਿਸ ਕਾਰਨ ਜਿਹੜੇ ਗੁਰੂ ਘਰ ਦੇ ਮਸੰਦ ਹੈ ਉਹ ਦਹਿਲ ਗਏ ਹੈ, ਉਹ ਕੰਬ ਗਏ ਹੈ, ਉਹ ਭੈ ਭੀਤ ਹੋ ਗਏ ਹੈ। ਸ੍ਰੀ ਗੁਜਰੀ ਕੇ ਨਿਕਟ ਸਿਧਾਏ। ਤੇ ਤੁਰੰਤ ਹੀ ਮਸੰਦ ਮਾਤਾ ਗੁਜਰੀ ਜੀ ਕੋਲ ਚਲੇ ਗਏ। ਸਕਲ ਬ੍ਰਿਤਾਂਤ ਸੁਨਾਵਨ ਕੀਨਸ। ਸਾਰਾ ਬਿਰਤਾਂਤ ਜਾ ਮਾਤਾ ਜੀ ਨੂੰ ਸੁਣਾਇਆ। ਫਿਰ ਪਤ ਸਾਰਾ ਪ੍ਰੋਹਤ ਆਏ। ਮਾਤਾ ਜੀ ਅੱਜ ਸਭਾ ਵਿੱਚ
ਭੀਮ ਚੰਦ ਦਾ ਸਾਲਾ ਆਇਆ ਸੀ ਤੇ ਭੀਮ ਚੰਦ ਦਾ ਪ੍ਰੋਹਤ ਆਇਆ ਸੀ। ਦਈ ਉਤਾਰ ਆਬਰੋ ਤਿਨ ਕੀ, ਤੇ ਉਹਨਾਂ ਦੀ ਪਾਤਾਬਰੋ ਲਾ ਦਿੱਤੀ ਗੁਰਾਂ ਨੇ, ਉਹਨਾਂ ਦੀ ਪਾਤਾਬਰੋ ਰੱਖੀ ਨਹੀਂ ਗੁਰਾਂ ਨੇ। ਬਹੁਰੋ ਬਹੁਰੇ ਨਹਿ ਕਿਨ ਜਾਏ, ਬੇਇੱਜ਼ਤੀ ਕਰਕੇ ਨਰਾਦਰੀ ਕਰਕੇ ਸਭਾ ਚੋਂ ਕੱਢਿਆ ਉਹਨਾਂ ਨੂੰ, ਤੇ ਫਿਰ ਉਹਨਾਂ ਨੂੰ ਕੋਈ ਮੋੜਨ ਵੀ ਨਹੀਂ ਗਿਆ, ਮਨਾਉਣ ਵੀ ਨਹੀਂ ਗਿਆ, ਵਾਪਸ ਲਿਆਉਣ ਵੀ ਨਹੀਂ ਗਿਆ। ਰਿਸਹਿ ਰਾਵ ਅਬ ਚਮੂ ਪਠਾਵੈ, ਜਿਸ ਤੋਂ ਇਹ ਅਨੁਮਾਨ ਲਾਇਆ ਪੈਂਦਾ ਮਾਤਾ ਜੀ ਕਿ ਹੁਣ ਭੀਮ ਚੰਦ ਬਹੁਤ ਕ੍ਰੋਧ ਵਿੱਚ ਆਵੇਗਾ ਤੇ ਆਪਣੀ ਚਮੂ ਆਪਣੀ ਫੌਜ ਸ੍ਰੀ ਅਨੰਦਪੁਰ ਸਾਹਿਬ ਨਗਰੀ ਤੇ ਚੜਾ ਕੇ ਭੇਜੇਗਾ। ਪਰਹਿ ਜੰਗ ਇਮ ਕਲਹਿ ਉਠਾਏ, ਇਸ ਤਰ੍ਹਾਂ ਕਲਹ ਲੜਾਈ ਉੱਠ ਪਵੇਗੀ ਤੇ ਜੰਗ ਸ਼ੁਰੂ ਹੋ ਜਾਵੇਗਾ। ਨਾਹਕ ਬਾਟ ਉਤਪਾਤ ਉਠਾਵਹਿ, ਤੇ ਨਿਹੱਕ ਹੀ ਅਕਾਰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਉਪਦਰਵ ਉਠਾ ਰਹੇ ਹੈ। ਕਹਿਬੋ ਨਹਿ ਮਨ ਹੈ ਕਿਸ ਕੀਰ, ਤੇ ਕਿਸੇ ਦਾ ਕਿਹਾ ਮੰਨਦੇ ਵੀ ਨਹੀਂ, ਜਿਨ੍ਹਾਂ ਨੂੰ ਜੰਗ ਵੱਲੋਂ ਲੜਾਈ ਵੱਲੋਂ ਵਰਜਦੇ ਆ ਰੋਕਦੇ ਆ, ਤੇ ਕਿਸੇ ਦਾ ਕਿਹਾ ਉਹ ਮੰਨਦੇ ਨਹੀਂ। ਮਾਰ ਬਕਾਰਾ ਦਿਨ ਪ੍ਰਤ ਦੀਰਗ, ਪ੍ਰਤੀ ਦਿਨ ਮਾਰਾ ਬਕਾਰਾ ਹੁੰਦਾ ਰਹਿੰਦਾ ਹੈ। ਲਵਪੁਰ ਕੋ ਲੁੱਟ ਹੈ ਬਿਨ ਦੇਰ, ਸਤਿਗੁਰੂ ਜੀ ਵੀ ਕਹਿੰਦੇ ਆ ਗੁਰਾਂ ਦੇ ਸੰਗੀ ਸੰਗੋ ਸ਼ਾਹ ਆਨੰਦ ਚੰਦ, ਇਸੇ ਪ੍ਰਕਾਰ ਜੀਤ ਮੱਲ ਵਰਗੇ ਇਹ ਜਿਹੜੇ ਗੁਰਾਂ ਦੇ ਸੰਗੀ ਨਿਕਟਵਰਤੀ ਸਿੱਖ ਹੈ ਨਾ ਸੂਰਮੇ ਮਾਤਾ ਜੀ, ਉਹ ਵੀ ਮਾਰਾ ਬਕਾਰਾ ਕਰਦੇ ਆ। ਕੀ ਕਹਿੰਦੇ ਆ? ਅਸੀਂ ਲਾਹੌਰ ਨੂੰ ਲੁੱਟ ਲਵਾਂਗੇ, ਬਿਨਾਂ ਦੇਰੀ ਤੋਂ ਲਾਹੌਰ ਫਤਿਹ ਕਰ ਦਿਆਂਗੇ। ਹਤ ਹੈ ਤੁਰਕ ਗਨ ਫਤਿਹ ਲੇ ਹੈ, ਤੇ ਸਮੂਹ ਤੁਰਕਾਂ ਦਾ ਵਿਨਾਸ਼ ਕਰਕੇ ਅਸੀਂ ਸਲਤਨਤ ਮੁਗਲੀਆ ਤੇ ਵੀ ਫਤਿਹ ਹਾਸਲ ਕਰ ਲਵਾਂਗੇ। ਇਹੋ ਜਿਹੇ ਮਾਰੇ ਬਕਾਰੇ ਦੇ ਬੋਲ ਬੋਲਦੇ ਆ। ਸੋ ਦੇ ਨਿਜ ਸਿੱਖਨ ਰਾਜ ਵਡੇਰ, ਤੇ ਸਤਿਗੁਰੂ ਜੀ ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਵੱਡਾ ਰਾਜ ਦੇ ਦਿਆਂਗੇ। ਰੌਰ ਪਸ਼ੌਰ ਦੌਰ ਕਰ ਘਲ ਹੈ, ਕਹਿੰਦੇ ਪਿਸ਼ਾਵਰ ਤੱਕ ਅਸੀਂ ਵੱਡਾ ਰੌਲਾ ਮਚਾ ਕੇ ਜੰਗ ਕਰਕੇ ਤੇ ਦੌੜ ਕੇ ਪਿਸ਼ਾਵਰ ਤੱਕ ਦਾ ਇਲਾਕਾ ਫਤਿਹ ਕਰ ਦਿਆਂਗੇ। ਪੁਰ ਮੁਲਤਾਨ ਆਦ ਕਰ ਜੇਰ, ਫਿਰ ਮੁਲਤਾਨ ਆਦ ਜਿਹੜੇ ਨਗਰ ਹੈ ਉਹਨਾਂ ਨੂੰ ਵੀ ਜੇਰ ਕਰ ਲਵਾਂਗੇ, ਅਧੀਨ ਕਰ ਲਵਾਂਗੇ ਜਿੱਤ ਕੇ। ਅਪਰ ਕਹਾਂ ਲਗ ਕਰਹਿ ਸੁਨਾਵਨ, ਸੋ ਮਾਤਾ ਜੀ ਹੋਰ ਕਿੱਥੋਂ ਤੱਕ ਸੁਣਾਈਏ, ਹੋਰ ਕੀ ਦਸੀਏ ਤੁਹਾਨੂੰ। ਇਤਿਆਦਿਕ ਨਿਤ ਬਾਕ ਸੁਨਾਏ, ਇਤਿਆਦ ਨਿਤਾ ਪ੍ਰਤੀ ਮਾਰੇ ਵਕਾਰੇ ਦੇ ਬੋਲ ਗੁਰੂ ਤਥਾ ਸਿੱਖ ਕਰਦੇ ਰਹਿੰਦੇ ਐ। ਉਤ ਚਵ ਗੱਤਾ ਦੋਖੀ ਦੀਰਗ, ਤੇ ਮਾਤਾ ਜੀ ਤੁਸੀਂ ਜਾਣਦੇ ਹੋ ਉਧਰ ਜਿਹੜਾ ਚੁਗੱਤਾ ਹੈ ਔਰੰਗਜ਼ੇਬ ਹੈ, ਉਹ ਵੀ ਬਹੁਤ ਵੱਡਾ ਦੁਖੀ ਹੈ ਗੁਰੂ ਘਰ ਦਾ। ਜੇ ਕਰ ਬਚ ਇਨ ਕੇ ਸੁਨ ਪਾਏ, ਜੇ ਇਹੋ ਜੇ ਬਚਨ ਨਰੰਗਾ ਸੁਣੇ ਕਿ ਸਲਤਨਤ ਮੁਗਲੀਆ ਇਹਦਾ ਨਾਮੋ ਨਿਸ਼ਾਨ ਮਿਟਾ ਕੇ ਸਾਰੀਆਵਰਤ ਸਮਾਜ ਭਾਰਤ ਵਰਸ਼ ਦੀ ਭੂਮੀ ਤੋਂ ਸਲਤਨਤ ਮੁਗਲੀਆ ਦਾ ਨਾਮੋ ਨਿਸ਼ਾਨ ਮਿਟਾ ਕੇ ਤੇ ਅਸੀਂ ਆਪਣੇ ਸਿੱਖਾਂ ਨੂੰ ਰਾਜ ਦੇ ਦੇਵਾਂਗੇ। ਇਹ ਗੱਲਾਂ ਔਰੰਗਜ਼ੇਬ ਦੇ ਕੰਨੀ ਪੈਣ ਜੇ। ਬਿਗੜਿਓ ਵੱਡੇ ਗੁਰਨ ਸੋ ਅਤਸ਼ੈ, ਉਹ ਤੇ ਪਹਿਲਾਂ ਹੀ ਅਤਸ਼ੇ ਕਰਕੇ ਵਿਸ਼ੇਸ਼ ਕਰਕੇ ਵੱਡੇ ਗੁਰੂ ਸਾਹਿਬਾਂ ਦੇ ਨਾਲ ਵਿਗੜਿਆ ਹੋਇਆ ਸੀ। ਸਭ ਜਹਾਨ ਕੋ ਸ਼ਾਹੇ ਸੁਹਾਏ, ਤੇ ਸਾਰੇ ਜਹਾਨ ਦਾ ਇਹ ਭਾਰਤ ਵਰਸ਼ ਦੀ ਭੂਮੀ ਦਾ ਉਹ ਬਾਦਸ਼ਾਹ ਕਹਿਲਵਾਉਂਦਾ ਹੈ। ਇਤ ਗਿਰਪਤ ਦਰੋਹੀ ਬਲਵੰਤੇ, ਜੇ ਇਸ ਤਰ੍ਹਾਂ ਔਰੰਗਜ਼ੇਬ ਵੀ ਉਧਰੋਂ ਫੌਜ ਚੜਾਵੇ, ਇਧਰੋਂ ਪਹਾੜੀ ਰਾਜੇ ਜਿਹੜੇ ਵੀ ਬਲਸ਼ਾਲੀ ਹਨ
ਬਸਨ ਆਪ ਕੋ ਹੋਏ ਕਿਤ ਥਾਏ। ਤੇ ਦੱਸੋ ਫਿਰ ਮਾਤਾ ਜੀ ਆਪ ਜੀ ਦਾ ਰਹਿਣ ਵਸੇਰਾ ਰਹਿਣਾ ਕਿੱਥੇ ਹੋਵੇਗਾ? ਦੱਸੋ ਫਿਰ ਕਿੱਥੇ ਆਪ ਰਹੋਗੇ? ਬਿਨਾ ਜੰਗ ਤੇ ਅਪਰ ਪ੍ਰਸੰਗ ਨਾ। ਪਰ ਸਤਿਗੁਰੂ ਜੀ ਜੰਗ ਦੇ ਪ੍ਰਸੰਗ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਦੇ। ਜਦੋਂ ਦੀਵਾਨ ਵਿੱਚ ਸੁਣੋ, ਗੁਰਾਂ ਕੋਲ ਜਾਓ, ਗੁਰਾਂ ਦੇ ਸਿੱਖਾਂ ਕੋਲ ਬੈਠੋ, ਜੰਗ ਦੀਆਂ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਹਰ ਸਮੇਂ, ਜਾਂ ਜੰਗ ਦੀਆਂ, ਜਾਂ ਸ਼ਿਕਾਰ ਖੇਡਣ ਦੀਆਂ ਗੱਲਾਂ, ਜਾਂ ਪੱਟੇਬਾਜ਼ੀ ਦੀ ਵਿਦਿਆ, ਕਵਾਇਦ ਵਿਦਿਆ ਦੇ ਅਭਿਆਸ ਦੀਆਂ। ਜੰਗ ਦੀਆਂ ਗੱਲਾਂ ਤੋਂ ਦੂਜੀਆਂ ਗੱਲਾਂ ਹੀ ਨਹੀਂ ਅਸੀਂ ਸੁਣਦੇ। ਅਬ ਲਓ ਭਿਖਿਓ ਨਾ ਜਥਾ ਕਰਾਲ। ਜੰਗ ਜੈਸਾ ਕਰਾਲ, ਜਿਹੋ ਜਿਹਾ ਜੰਗ ਭਿਅੰਕਰ ਹੁੰਦਾ ਹੈ ਨਾ ਮਾਤਾ ਜੀ, ਹਲੇ ਇਹਨਾਂ ਨੇ ਵੇਖਿਆ ਨਹੀਂ ਹੈ ਕਲਗੀਧਰ ਪਾਤਸ਼ਾਹ ਨੇ। ਵੈਸ ਨਵੀਨ ਸ਼ਸਤਰ ਪੁਨ ਧਾਰਹਿ। ਨਵੀਂ ਇਹਨਾਂ ਦੀ ਉਮਰ ਹੈ ਸ਼ਸਤਰ ਧਾਰਨ ਕੀਤੇ ਹੋਏ। ਨਾਲ ਦੇ ਸੰਗੀ ਇਹਨਾਂ ਦੇ ਸਾਥੀ ਜਿਹੜੇ ਆ ਉਹ ਵੀ ਨਵੀਨ ਉਮਰ ਵਾਲੇ, ਸੰਗੋ ਸ਼ਾਦ ਹੋਣੀ, ਉਹਨਾਂ ਦੀ ਵੀ ਹਲੇ ਨਵੀਂ ਉਮਰ ਹੈ। ਕਰਹਿ ਅਖੇਰ ਅਪਰਨਹਿ ਖਿਆਲ। ਸ਼ਿਕਾਰ ਖੇਡਦੇ ਐ ਤੇ ਅਪਰਨ ਹੋਰ ਕੋਈ ਖਿਆਲ ਹੀ ਨਹੀਂ। ਜੰਗ ਦੀਆਂ ਗੱਲਾਂ ਕਰਦੇ ਤੇ ਸ਼ਿਕਾਰ ਖੇਡਦੇ ਐ। ਜੰਗ ਦੀ ਜੋ ਖੂੰਖਾਰ ਤੇ ਜੰਗ ਦੀ ਜੋ ਭੈਦਾਇਕ ਇਹ ਹਾਲਤ ਹੁੰਦੀ ਹੈ, ਜੋ ਜੰਗ ਦਾ ਭਿਅੰਕਰ ਸਮਾਂ ਹੁੰਦਾ ਹੈ, ਉਸ ਤੋਂ ਇਹ ਅਨਭੇਗਾ ਹਨ। ਉਹਦਾ ਤੇ ਪਤਾ ਹੀ ਨਹੀਂ ਇਹਨਾਂ ਨੂੰ ਕਿ ਜੰਗ ਦਾ ਜੋ ਰਿਜ਼ਲਟ ਹੈ ਉਹ ਕਿਤਨਾ ਦੁਸ਼ਕਰ ਤੇ ਮਾੜਾ ਹੁੰਦਾ ਹੈ। ਭੀਮ ਚੰਦ ਕੀ ਚਮੂ ਵਡੇਰੀ। ਮਾਤਾ ਜੀ ਤੁਹਾਨੂੰ ਪਤਾ ਹੀ ਹੈ ਭੀਮ ਚੰਦ ਕਹਿਲੂਰ ਦਾ ਰਾਜਾ ਹੈ ਤੇ ਸਮੁੱਚੀ ਇਹ ਜਿਹੜੀ 22 ਧਾਰ ਦੇ ਰਾਜੇ ਆ ਉਹਨਾਂ ਦੀ ਅਧਿਪਤਾ, ਉਹਨਾਂ ਦਾ ਪ੍ਰਮੁੱਖ ਰਾਜਾ ਭੀਮ ਚੰਦ ਹੀ ਹੈ। ਤੇ ਇਹਦੇ ਕੋਲ ਚਮੂ ਵੀ ਬਹੁਤ ਹੈ, ਫੌਜ ਵੀ ਬੇਅੰਤ ਹੈ। ਆਈ ਲਖੋ ਨਾ ਕਰ ਹੈ ਟਾਲ। ਤੇ ਜਿਸ ਤਰ੍ਹਾਂ ਕੇਸਰੀ ਚੰਦ ਤੇ ਪੰਮੇ ਦੀ ਹਾਲਤ ਕਰਕੇ ਇਹਨਾਂ ਨੇ ਭੇਜਿਆ ਤੇ ਭੀਮ ਚੰਦ ਦੀ ਸੈਨਾ ਆਈ ਲਖੋ ਬਿਨਾਂ ਟਾਲੇ ਤੋਂ ਹੁਣੇ ਆਈ ਜਾਣੋ। ਕਰੋ ਮਾਤ ਸਮਝਾਵਨ ਸੁਤ ਕੋ। ਸੋ ਮਾਤਾ ਜੀ ਤੁਸੀਂ ਪੁੱਤਰ ਆਪਣੇ ਧੰਨ ਕਲਗੀਧਰ ਪਾਤਸ਼ਾਹ ਨੂੰ ਸਮਝਾਓ। ਅਬ ਭੀ ਮਾਨਵ ਪਠਹਿ ਵਿਸਾਲ। ਹਲੇ ਵੀ ਸਮਾਂ ਹੈ ਤੇ ਆਪਣੇ ਮਾਨਵ, ਆਪਣੇ ਮਨੁੱਖਾਂ ਨੂੰ ਭੇਜ ਦੇਣ ਭੀਮ ਚੰਦ ਵੱਲ। ਸੰਦ ਸੁਧਾਰੋ ਯੁੱਧ ਨਿਵਾਰੋ। ਸਿਆਣੇ ਸਿਆਣੇ ਸਿੱਖ ਜਾਣ ਭੀਮ ਚੰਦ ਵੱਲ ਤੇ ਜਾ ਕੇ ਉਹ ਇਹ ਪਿਆ ਹੋਇਆ ਵਿਗਾੜ ਜਿਹੜਾ ਇਹਨੂੰ ਸ਼ੀਤਲ ਕਰਨ, ਠੰਡਾ ਕਰਨ, ਝਗੜਾ ਹੋਰ ਮਗੇ ਨਾ ਤੇ ਸੰਧੀ ਜਿਹੜੀ ਆ ਉਹ ਬਣੀ ਰਵੇ। ਬੁੱਧ ਵਿਚਾਰ ਹੋ ਕ੍ਰੋਧ ਮਿਟਾਏ। ਇਸ ਤਰ੍ਹਾਂ ਕ੍ਰੋਧ ਨੂੰ ਮੇਟ ਕੇ ਸ਼ਾਂਤੀ ਦੁਆਰਾ ਬੁੱਧੀ ਅੰਦਰ ਵਿਚਾਰ ਕਰੋ ਕਿ ਜੇ ਜੰਗ ਛੜਿਆ ਤੇ ਹਾਲਾਤ ਬਹੁਤ ਬੱਤਰ ਹੋ ਜਾਣਗੇ। ਅੱਗੇ ਜੰਗ ਦੇ ਨਜ਼ਾਰੇ ਮਾਤਾ ਜੀ ਤੁਸਾਂ ਨੇ ਤੇ ਸੁਣੇ ਤੇ ਵੇਖੇ ਵੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿੰਨੇ ਜੰਗ ਕੀਤੇ ਹੈ ਤੇ ਜਦੋਂ ਤੋਂ ਜੰਗ ਛਿੜੇ ਕੀ ਇੱਕ ਥਾਂ ਤੇ ਟਿਕ ਕੇ ਰਹਿਣਾ ਨਸੀਬ ਹੋਇਆ। ਇਹ ਤੁਹਾਡੇ ਤੋਂ ਕੋਈ ਲੁਕੀਆਂ ਤੇ ਛੁਪੀਆਂ ਗੱਲਾਂ ਨਹੀਂ ਹੈ। ਤੇ ਜੇ ਹੁਣ ਜੰਗ ਛਿੜਿਆ, ਭੀਮ ਚੰਦ ਹੁਣੀ ਜੇ ਚੜ੍ਹਾਈ ਕਰਕੇ ਆਏ ਤੇ ਇਹ ਗੱਲ ਸਲਤਨਤ ਮੁਗਲਿਆ ਤੋਂ ਵੀ ਉਜਲ ਨਹੀਂ ਰਹਿ ਜਾਵੇਗੀ ਤੇ ਔਰੰਗਜ਼ੇਬ ਦੇ ਵੀ ਕੋਲ ਇਹ ਗੱਲ ਵਿਦਤ ਹੋ ਜਾਵੇਗੀ। ਤੇ ਕਲਗੀਧਰ ਪਾਤਸ਼ਾਹ ਜੀ ਇਸ ਤਰ੍ਹਾਂ ਬੋਲਦੇ ਐ ਤੇ ਕਹਿੰਦੇ ਨਾ ਪਹਾੜੀਏ ਰਹਿਣ ਦੇਣੇ ਨਾ ਮੁਗਲ, ਸਾਰਿਆਂ ਦਾ ਸ਼ਾਸਨ ਖਦੇੜ ਕੇ ਇੱਕ ਸਿੰਘਾਂ ਦਾ, ਇੱਕ ਖਾਲਸੇ ਦਾ ਸ਼ਾਸਨ ਕਾਇਮ ਕਰਨਾ। ਇਹ ਗੱਲਾਂ ਦਾ ਜੋ ਬੁਰਾ ਪ੍ਰਭਾਵ ਗੁਰੂ ਘਰ ਤੇ ਪੈਣ ਵਾਲਾ ਹੈ ਉਹਦਾ ਮਾਤਾ ਜੀ ਸਤਿਗੁਰਾਂ ਤਥਾ ਗੁਰਾਂ ਦੇ ਸੰਗੀ ਸਿੱਖਾਂ ਨੂੰ ਅਨੁਮਾਨ ਵੀ ਨਹੀਂ ਹੈ। ਪਰ ਤੁਸੀਂ ਜਾਣਦੇ ਹੋ, ਇਸ ਵਾਸਤੇ ਤੁਹਾਡੇ ਕੋਲ ਅਸੀਂ ਇਹ
ਅਵਗਤ ਕਰਨ ਵਾਸਤੇ ਆਏ ਹਾਂ ਕਿ ਤੁਹਾਡੋਂ ਕਿਤੇ ਇਹ ਗੱਲ ਓਲੇ ਹੀ ਨਾ ਰਹਿ ਜਾਵੇ ਤੇ ਤੁਸੀਂ ਮੁੜ ਕੇ ਕਹੋ ਕਿ ਮੈਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ ਸੀ। ਸੋ ਮਾਤਾ ਜੀ ਇਸ ਵਾਸਤੇ ਤੁਹਾਨੂੰ ਅਵਗਤ ਕਰਾ ਰਹੇ ਹਾਂ, ਹਾਲਾਤ ਵਿਗੜ ਗਏ ਐ। ਜੇ ਗੱਲ ਸੰਭਾਲੀ ਨਾ ਗਈ ਤੇ ਫਿਰ ਐਸੀ ਵਿਗੜ ਜਾਵੇਗੀ ਜਿਹੜੀ ਯਤਨ ਕੀਤਿਆਂ ਵੀ ਸੰਭਾਲੀ ਨਹੀਂ ਜਾਵੇਗੀ। ਇਹੋ ਮਸੰਦਗਣ ਸਵੈਮ ਭੈ ਭੀਤ ਤੇ ਮਾਤਾ ਜੀ ਨੂੰ ਭੈ ਸੰਯੁਕਤ ਕਰਨ ਵਾਸਤੇ ਐਸੇ ਬੋਲ ਰਹੇ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਕਰਹੁ ਮਾਤ ਸਮਝਾਵਨ ਸੁਤ ਕੋ, ਅਬ ਭੀ ਮਾਨਵ ਪਠਹਿ ਵਿਸਾਲ। ਸੰਤ ਸੁਧਾਰਹੁ ਜੁਧ ਨਿਵਾਰਹੁ, ਬੁੱਧ ਵਿਚਾਰਹੁ ਕ੍ਰੋਧ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।